ਦੁਨੀਆ ਦੀ ਸਾਰੀ ਕਲਾ ਇੱਕ ਪਾਸੇ ਤੇ ਬੋਲਣ ਦੀ ਕਲਾ ਇੱਕ ਪਾਸੇ। ਜੇ ਤੁਸੀਂ ਬੋਲਣ ਦੀ ਕਲਾ ਸਿੱਖ ਗਏ ਤਾਂ ਦੁਨੀਆ ਦੀ ਹਰ ਜਿੱਤ, ਹਰ ਕਾਮਯਾਬੀ ਤੁਸੀਂ ਹਾਸਲ ਕਰ ਸਕਦੇ ਹੋ। ਚਾਹੇ ਤੁਸੀਂ ਕਿਸੇ ਵੀ ਫੀਲਡ 'ਚ ਹੋਵੋ, ਚਾਹੇ ਬਿਜ਼ਨਸ ਹੋਵੇ, ਨੌਕਰੀ ਹੋਵੇ ਜਾਂ ਰਿਲੇਸ਼ਨਸ਼ਿਪ ਵਿੱਚ ਹੋਵੋ, ਤੁਹਾਡੀ ਕਮਿਊਨੀਕੇਸ਼ਨ ਸਕਿੱਲ ਜਿੰਨੀ ਵਧੀਆ ਹੋਵੇਗੀ ਤੁਸੀਂ ਜ਼ਿੰਦਗੀ ਵਿੱਚ ਓਨੇ ਕਾਮਯਾਬ ਹੋਵੋਗੇ। ਬਹੁਤ ਸਾਰੇ ਲੋਕ ਆਪਣੀ ਕਮਿਊਨੀਕੇਸ਼ਨ ਸਕਿੱਲ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ, ਉਸ ਨੂੰ ਸਿੱਖਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਸ਼ੁਰੂਆਤ ਕਿਵੇਂ ਕਰੀਏ। ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਹੈ ਕਿ ਜੇ ਇੰਗਲਿਸ਼ ਸਿੱਖ ਲਈ ਤਾਂ ਗੱਲ ਕਰਨਾ ਵੀ ਸਿੱਖ ਲਿਆ। ਸਾਡੇ ਦਿਮਾਗ ਵਿੱਚ ਸ਼ੁਰੂ ਤੋਂ ਇਹ ਗੱਲਾਂ ਭਰੀਆਂ ਗਈਆਂ ਹਨ ਕਿ ਜੇ ਕਮਿਊਨੀਕੇਸ਼ਨ ਸਕਿੱਲ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਗਲਿਸ਼ ਜ਼ਰੂਰੀ ਆਉਣੀ ਚਾਹੀਦੀ ਹੈ। ਪਰ ਇੰਗਲਿਸ਼ ਇੱਕ ਭਾਸ਼ਾ ਹੈ ਅਤੇ ਕਮਿਊਨੀਕੇਸ਼ਨ ਸਕਿੱਲ ਇੱਕ ਕਲਾ ਹੈ, ਆਰਟ ਹੈ, ਅਤੇ ਇਹ ਕਲਾ ਤੁਹਾਨੂੰ ਸਿੱਖਣੀ ਪਵੇਗੀ, ਡਿਵੈਲਪ ਕਰਨੀ ਪਵੇਗੀ। ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਤੁਸੀਂ ਆਪਣੀ ਮਾਤ ਭਾਸ਼ਾ ਵਿੱਚ ਹੀ ਆਪਣੀ ਬੋਲਣ ਦੀ ਕਲਾ ਨੂੰ, ਆਪਣੀ ਸਕਿੱਲ ਡਿਵੈਲਪਮੈਂਟ ਨੂੰ ਇੰਪਰੂਵ ਕਰੋ। ਹਾਂ, ਤੁਸੀਂ ਇੰਗਲਿਸ਼ ਬੋਲਣਾ ਵੀ ਸਿੱਖ ਸਕਦੇ ਹੋ, ਪਰ ਇਹ ਜ਼ਰੂਰੀ ਨਹੀਂ ਕਿ ਜਿਹਨੂੰ ਅੰਗਰੇਜ਼ੀ ਭਾਸ਼ਾ ਆਉਂਦੀ ਹੋਵੇ ਉਸ ਨੂੰ ਬੋਲਣ ਦੀ ਕਲਾ ਅਤੇ ਬਾਤ ਕਰਨਾ ਵੀ ਆਉਂਦਾ ਹੋਵੇ। ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਾਈਂਡ ਵਿੱਚ ਇਹ ਗੱਲ ਬਿਠਾਓ ਕਿ ਤੁਹਾਨੂੰ ਜਿਹੜੀ ਭਾਸ਼ਾ ਆਉਂਦੀ ਹੈ ਤੁਸੀਂ ਉਸੇ ਵਿੱਚ ਕਮਿਊਨੀਕੇਸ਼ਨ ਸਕਿੱਲ ਸਿੱਖ ਸਕਦੇ ਹੋ। ਕਾਫੀ ਲੋਕ ਕੀ ਕਰਦੇ ਨੇ ਕਿ ਉਹ ਡਿਕਸ਼ਨਰੀ ਵਿੱਚੋਂ ਇੰਗਲਿਸ਼ ਦੇ ਭਾਰੀ ਅਤੇ ਔਖੇ ਸ਼ਬਦ ਲੱਭ ਕੇ ਲੈ ਕੇ ਆਉਂਦੇ ਨੇ ਅਤੇ ਗੱਲ ਕਰਨ ਵੇਲੇ ਉਹਨਾਂ ਦੀ ਵਰਤੋਂ ਕਰਦੇ ਨੇ ਤਾਂ ਕਿ ਦੂਜਿਆਂ ਨੂੰ ਨੀਵਾਂ ਫੀਲ ਕਰਾ ਸਕਣ ਅਤੇ ਖੁਦ ਨੂੰ ਉੱਚਾ ਦਿਖਾ ਸਕਣ, ਤਾਂ ਕਿ ਦੂਜਿਆਂ ਨੂੰ ਇਹ ਪਤਾ ਲੱਗੇ ਕਿ ਇਸ ਨੂੰ ਕਿੰਨਾ ਕੁਝ ਪਤਾ ਹੈ ਅਤੇ ਇਹ ਤੁਹਾਡੀ ਗਲਤੀ ਹੈ। ਤੁਸੀਂ ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਵਿੱਚ ਹੀ ਬੋਲਣ ਦੀ ਕਲਾ ਨੂੰ ਡਿਵੈਲਪ ਕਰੋ। ਬੋਲਣ ਦੀ ਕਲਾ ਸਿਰਫ ਨਵੇਂ ਸ਼ਬਦਾਂ ਨੂੰ ਸਿੱਖ ਲੈਣ ਤੋਂ ਨਹੀਂ ਆਉਂਦੀ, ਇਸ ਵਿੱਚ ਬਹੁਤ ਸਾਰੀ ਚੀਜ਼ਾਂ ਦੀ ਲੋੜ ਪੈਂਦੀ ਹੈ, ਜਿਵੇਂ ਆਈ ਕੰਟੈਕਟ, ਬੋਡੀ ਲੈਂਗੁਏਜ, ਵੌਇਸ ਟੋਨੈਲਿਟੀ। ਇਹਨਾਂ ਸਾਰਿਆਂ ਨੂੰ ਮਿਲਾ ਕੇ ਤੁਸੀਂ ਚੰਗੀ ਤਰ੍ਹਾਂ ਆਪਣੀ ਕਮਿਊਨੀਕੇਸ਼ਨ ਸਕਿੱਲ ਨੂੰ ਇੰਪਰੂਵ ਕਰ ਸਕਦੇ ਹੋ ਅਤੇ ਇੱਕ ਚੰਗੇ ਵਕਤਾ ਬਣ ਸਕਦੇ ਹੋ। ਇਹਨਾਂ ਦੇ ਵਿੱਚ ਕਿਤੇ ਵੀ ਅੰਗਰੇਜ਼ੀ ਦਾ ਹੋਣਾ ਜ਼ਰੂਰੀ ਨਹੀਂ ਹੈ, ਅਤੇ ਜੇਕਰ ਤੁਸੀਂ ਨਾਲ ਨਾਲ ਆਪਣੀ ਅੰਗਰੇਜ਼ੀ ਵੀ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੰਗਲਿਸ਼ ਵਿੱਚ ਪੜ੍ਹਨਾ ਸ਼ੁਰੂ ਕਰੋ। ਇੱਕ ਡਾਇਰੀ ਬਣਾਓ, ਉਸ ਵਿੱਚ ਇੰਗਲਿਸ਼ ਵਿੱਚ ਲਿਖਣਾ ਸ਼ੁਰੂ ਕਰੋ। ਜੇਕਰ ਤੁਸੀਂ ਕੁਝ ਸੁਣਦੇ ਹੋ, ਦੇਖਦੇ ਹੋ, ਤਾਂ ਤੁਸੀਂ ਦੇਖ ਕੇ ਅਤੇ ਸੁਣ ਕੇ ਵੀ ਆਪਣੀ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਤੁਸੀਂ ਆਪਣੇ ਦਿਮਾਗ ਨੂੰ ਇਸ ਤਰ੍ਹਾਂ ਟ੍ਰੇਨ ਕਰੋ ਕਿ ਉਹ ਹਰੇਕ ਤਰ੍ਹਾਂ ਨਾਲ ਸਿੱਖ ਸਕੇ, ਤੁਸੀਂ ਹਰੇਕ ਚੀਜ਼ ਨੂੰ ਸਿੱਖ ਸਕੋ। ਤੁਸੀਂ ਹਰ ਚੀਜ਼ ਦੀ ਵਰਤੋਂ ਆਪਣੀ ਗਰੋਥ ਲਈ ਅਤੇ ਆਪਣੇ ਇੰਪਰੂਵਮੈਂਟ ਲਈ ਕਰ ਸਕਦੇ ਹੋ। ਕਮਿਊਨੀਕੇਸ਼ਨ ਇੱਕ ਕਲਾ ਹੈ। ਜਿਵੇਂ ਤੁਸੀਂ ਆਪਣੀ ਮਸਲਸ ਨੂੰ ਡਿਵੈਲਪ ਕਰਕੇ ਸਟਰੋਂਗ ਕਰਦੇ ਹੋ, ਉਵੇਂ ਹੀ ਤੁਹਾਨੂੰ ਹਰ ਰੋਜ਼ ਸਿੱਖ ਕੇ ਆਪਣੀ ਕਲਾ ਨੂੰ ਵੀ ਨਿਖਾਰਨਾ ਪਵੇਗਾ, ਉਸ ਨੂੰ ਡਿਵੈਲਪ ਕਰਨਾ ਪਵੇਗਾ ਅਤੇ ਸਟਰੋਂਗ ਕਰਨਾ ਪਵੇਗਾ। ਜੇਕਰ ਤੁਸੀਂ ਆਪਣੀ ਬੋਲਣ ਦੀ ਕਲਾ ਉੱਤੇ ਕੰਮ ਕਰੋਗੇ ਤਾਂ ਉਹ ਕਲਾ ਤੁਹਾਡੇ ਲਈ ਕੰਮ ਕਰੇਗੀ। ਜੇ ਤੁਸੀਂ ਇਸ ਕਲਾ ਉੱਤੇ ਮਿਹਨਤ ਕਰੋਗੇ ਤਾਂ ਹੀ ਤੁਹਾਡੇ ਬੋਲਣ ਦੇ ਤਰੀਕੇ ਵਿੱਚ ਫਰਕ ਆਵੇਗਾ, ਪਰਿਵਰਤਨ ਆਵੇਗਾ। ਜ਼ਿੰਦਗੀ ਦਾ ਇੱਕ ਨਿਯਮ ਹੈ, ਇੱਕ ਕਾਨੂੰਨ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਜੋ ਵੀ ਕੁਝ ਪਾਉਣਾ ਚਾਹੁੰਦੇ ਹੋ ਉਸ ਲਈ ਤੁਹਾਨੂੰ ਕੀਮਤ ਤਾਂ ਚੁਕਾਉਣੀ ਪਵੇਗੀ। ਇਫ ਯੂ ਵਾਂਟ ਸਮਥਿੰਗ ਯੂ ਮਸਟ ਪੇ ਦੀ ਪ੍ਰਾਈਸ, ਨਥਿੰਗ ਇਜ਼ ਫ੍ਰੀ। ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਝ ਖਰੀਦਣਾ ਚਾਹੁੰਦੇ ਹੋ, ਉਸ ਦੀ ਵਧੀਆ ਕੁਆਲਿਟੀ ਖਰੀਦਣਾ ਚਾਹੁੰਦੇ ਹੋ ਤਾਂ ਉਸ ਦੀ ਓਨੀ ਜ਼ਿਆਦਾ ਹੀ ਕੀਮਤ ਚੁਕਾਉਣੀ ਪਵੇਗੀ। ਪਰ ਇਸ ਸਕਿੱਲ ਲਈ ਪੈਸੇ ਦੀ ਕੀਮਤ ਨਹੀਂ, ਆਪਣੇ ਸਮੇਂ ਅਤੇ ਇੰਪਰੂਵਮੈਂਟ ਦੀ ਕੀਮਤ ਚੁਕਾਉਣੀ ਪਵੇਗੀ। ਆਪਣੀ ਜ਼ਿੰਦਗੀ ਵਿੱਚ ਚੰਗੇ ਰੋਲ ਮਾਡਲ ਚੁਣੋ ਜੋ ਚੰਗਾ ਬੋਲਦੇ ਨੇ, ਚੰਗੇ ਨਿਊਜ਼ ਰਿਪੋਰਟਰ, ਚੰਗੇ ਸਪੀਕਰਸ ਹੋਣ, ਉਹਨਾਂ ਨੂੰ ਸੁਣੋ ਅਤੇ ਉਹਨਾਂ ਨੂੰ ਧਿਆਨ ਨਾਲ ਵੇਖੋ ਕਿ ਕਿਵੇਂ ਉਹ ਆਪਣੀਆਂ ਗੱਲਾਂ ਨਾਲ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ। ਤੁਸੀਂ ਉਸ ਕਲਾ ਨੂੰ ਸਿੱਖੋ ਕਿ ਕਿਵੇਂ ਇੱਕ ਵਿਅਕਤੀ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਅਤੇ ਆਕਰਸ਼ਿਤ ਕਰ ਰਿਹਾ, ਅਤੇ ਮੈਂ ਉਸ ਚੀਜ਼ ਨੂੰ ਕਿਵੇਂ ਕਰ ਸਕਦਾ। ਕਿਹਾ ਜਾਂਦਾ ਹੈ ਕਿ ਸ਼ਬਦ ਸਾਡੇ ਬੋਲਣ ਦੀ ਕਲਾ ਦਾ ਕੁਝ ਪ੍ਰਤੀਸ਼ਤ ਹਿੱਸਾ ਹੁੰਦੇ ਹਨ। ਬੋਡੀ ਲੈਂਗੁਏਜ ਬਹੁਤ ਜ਼ਰੂਰੀ ਹੈ। ਤੁਹਾਡੀ ਆਵਾਜ਼, ਤੁਹਾਡੇ ਬੋਲਣ ਦਾ ਤਰੀਕਾ, ਤੁਹਾਡਾ ਬੋਡੀ ਪੋਸਚਰ, ਤੁਹਾਡੇ ਬੋਲਣ ਦਾ ਸਾਊਂਡ ਅਤੇ ਬੋਲਣ ਦੀ ਟੋਨ, ਅਜਿਹੀ ਬਹੁਤ ਸਾਰੀ ਚੀਜ਼ਾਂ ਨੇ। ਸਿਰਫ ਸ਼ਬਦਾਂ ਨੂੰ ਸਿੱਖਣ ਨਾਲ ਤੁਸੀਂ ਬੋਲਣ ਦੀ ਕਲਾ ਵਿੱਚ ਐਕਸਪਰਟ ਨਹੀਂ ਹੋ ਸਕਦੇ। ਉਦਾਹਰਣ ਲਈ
ਜੇਕਰ ਤੁਹਾਡੇ ਕੋਲ 100 ਆਈਡੀਆਜ਼ ਨੇ ਕਿਸੇ ਕੰਮ ਲਈ, ਪਰ ਜੇ ਤੁਸੀਂ ਉਹਨਾਂ ਨੂੰ ਲੋਕਾਂ ਦੇ ਮੂਹਰੇ ਚੰਗੀ ਤਰ੍ਹਾਂ ਪ੍ਰੈਜ਼ੈਂਟ ਨਹੀਂ ਕਰ ਸਕਦੇ, ਪੇਸ਼ ਨਹੀਂ ਕਰ ਸਕਦੇ, ਆਪਣੀ ਗੱਲਾਂ ਨੂੰ ਰੱਖਣਾ ਨਹੀਂ ਜਾਣਦੇ, ਤਾਂ ਉਹਨਾਂ ਆਈਡੀਆਜ਼ ਦਾ ਕੋਈ ਮਤਲਬ ਨਹੀਂ। ਤੇ ਕੋਈ ਦੂਜਾ ਇਨਸਾਨ ਆਵੇਗਾ ਜਿਹਨੂੰ ਆਪਣੇ ਆਈਡੀਆਜ਼ ਨੂੰ ਚੰਗੀ ਤਰ੍ਹਾਂ ਰੱਖਣਾ ਆਉਂਦਾ ਹੈ, ਤਾਂ ਉਸਦੇ ਆਈਡੀਆਜ਼ ਸੁਣੇ ਵੀ ਜਾਣਗੇ, ਮੰਨੇ ਵੀ ਜਾਣਗੇ ਤੇ ਐਪਰੀਸ਼ੀਏਟ ਵੀ ਕੀਤੇ ਜਾਣਗੇ, ਅਤੇ ਉਹ ਅੱਗੇ ਲੰਘ ਜਾਵੇਗਾ। ਫਿਰ ਤੁਸੀਂ ਬੋਲੋਗੇ ਕਿ ਇਹਦਾ ਗੁੱਡ ਲੱਕ, ਇਹਦੀ ਕਿਸਮਤ ਚੰਗੀ ਸੀ। ਪਰ ਉਹਦੀ ਕਿਸਮਤ ਚੰਗੀ ਨਹੀਂ ਸੀ, ਗੱਲ ਇਹ ਸੀ ਕਿ ਉਹ ਆਪਣੀ ਕਮਿਊਨੀਕੇਸ਼ਨ ਸਕਿੱਲ ਵਿੱਚ ਵਧੀਆ ਸੀ ਤੇ ਤੁਸੀਂ ਉਸ ਦੇ ਵਿੱਚ ਕਮਜ਼ੋਰ ਹੋ, ਇਸ ਲਈ ਉਹ ਅੱਗੇ ਨਿਕਲ ਗਿਆ। ਪਰ ਤੁਸੀਂ ਵੀ ਆਪਣੀ ਕਮਿਊਨੀਕੇਸ਼ਨ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਕੋਈ ਵੀ ਇਨਸਾਨ ਜੰਮਣ ਸਾਰ ਇਸ ਕਲਾ ਨੂੰ ਸਿੱਖ ਕੇ ਨਹੀਂ ਆਉਂਦਾ। ਹਰ ਕਿਸੇ ਨੂੰ ਇਸ ਨੂੰ ਸਿੱਖਣਾ ਅਤੇ ਸਮਝਣਾ ਪੈਂਦਾ ਹੈ। ਤੁਹਾਨੂੰ ਜਿੱਥੇ ਬੋਲਣ ਤੋਂ ਡਰ ਲੱਗਦਾ ਹੈ, ਤੁਸੀਂ ਉੱਥੇ ਗੱਲ ਕਰੋ। ਪਬਲਿਕ ਸਪੀਕਿੰਗ ਤੇ ਮਾਈਕ ਉੱਤੇ ਬੋਲਣ ਤੋਂ ਬਹੁਤ ਲੋਕ ਡਰਦੇ ਨੇ। ਉਹ ਲੋਕ ਮਾਈਕ ਉੱਤੇ ਬੋਲਣ ਤੋਂ ਨਹੀਂ, ਲੋਕਾਂ ਦੀ ਰਿਜੈਕਸ਼ਨ ਤੋਂ ਡਰਦੇ ਨੇ ਕਿ ਦੂਜੇ ਲੋਕ ਮੇਰੇ ਬਾਰੇ ਕੀ ਸੋਚਣਗੇ, ਕੀ ਕਹਿਣਗੇ, ਉਹ ਮੇਰੇ ਉੱਤੇ ਹੱਸਣਗੇ। ਪਰ ਯਾਦ ਰੱਖਿਓ, ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਆਪਣੇ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਨਹੀਂ ਲੈ ਕੇ ਆਉਂਦੇ, ਉਦੋਂ ਤੱਕ ਤੁਸੀਂ ਕੁਝ ਵੀ ਨਹੀਂ ਸਿੱਖ ਸਕਦੇ, ਨਾ ਹੀ ਕੁਝ ਸਮਝ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਉੱਥੇ ਉਸ ਸਿਚੁਏਸ਼ਨ ਵਿੱਚ ਰੱਖੋ ਜਿੱਥੇ ਤੁਸੀਂ ਅਨਕੰਫਰਟੇਬਲ ਫੀਲ ਕਰਦੇ ਹੋ। ਅਜਿਹਾ ਕਰਨ ਨਾਲ ਤੁਸੀਂ ਹੋਰ ਵੀ ਜ਼ਿਆਦਾ ਸਿੱਖੋਗੇ ਤੇ ਸਮਝੋਗੇ। ਤੇ ਜੇ ਤੁਸੀਂ ਕੰਫਰਟ ਜ਼ੋਨ ਵਿੱਚ ਹੀ ਪਏ ਰਹੋਗੇ ਤਾਂ ਤੁਹਾਨੂੰ ਉਹੀ ਮਿਲੂਗਾ ਜੋ ਤੁਹਾਨੂੰ ਮਿਲਦਾ ਆਇਆ ਹੈ। ਤੁਸੀਂ ਜਿੱਥੇ ਹੋ, ਜਿਵੇਂ ਹੋ, ਉਵੇਂ ਹੀ ਰਹੋਗੇ। ਜੋ ਤੁਸੀਂ ਕਰਦੇ ਹੋ ਉਹੀ ਕਰਦੇ ਰਹੋਗੇ ਤਾਂ ਤੁਹਾਨੂੰ ਕੁਝ ਨਹੀਂ ਮਿਲਣਾ, ਤੁਸੀਂ ਕੁਝ ਨਹੀਂ ਸਿੱਖ ਸਕਦੇ। ਰੱਬ ਵੀ ਉਹਦੇ ਹਾਲਾਤ ਨਹੀਂ ਬਦਲਦਾ ਜਿਹਨੂੰ ਆਪਣੇ ਹਾਲਾਤ ਬਦਲਣ ਦਾ ਤਰੀਕਾ ਨਾ ਹੋਵੇ। ਜੇਕਰ ਕੁਝ ਬਣਨਾ ਚਾਹੁੰਦੇ ਹੋ, ਕਾਮਯਾਬ ਹੋਣਾ ਚਾਹੁੰਦੇ ਹੋ, ਤਾਂ ਉਹ ਕਰੋ ਜੋ ਤੁਹਾਨੂੰ ਮੁਸ਼ਕਿਲ ਲੱਗਦਾ ਹੈ, ਜੋ ਕਰਨ ਵਿੱਚ ਤੁਹਾਨੂੰ ਡਰ ਲੱਗਦਾ ਹੈ। ਉਹ ਗੱਲ ਕਹੀ ਸੀ ਨਾ, ਇਫ ਯੂ ਵਾਂਟ ਸਮਥਿੰਗ ਯੂ ਮਸਟ ਪੇ ਦੀ ਪ੍ਰਾਈਸ, ਨਥਿੰਗ ਇਜ਼ ਫ੍ਰੀ। ਸੋ ਮਿਹਨਤ ਕਰਦੇ ਰਹੋ ਤੇ ਆਪਣੇ ਬੋਲਣ ਦੇ ਤਰੀਕੇ ਨੂੰ ਸੁਧਾਰੋ ਤੇ ਬੋਲਣ ਦੀ ਕਲਾ ਨੂੰ ਸੁਧਾਰੋ, ਤਾਂ ਤੁਸੀਂ ਕੁਝ ਵੀ ਜਿੱਤ ਸਕਦੇ ਹੋ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਓ।